ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਤੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਟਰੈਕਟਰ ਪਰੇਡ ਦੀ ਇਜਾਜ਼ਤ ਬਾਰੇ ਦਿੱਲੀ ਪੁਲਿਸ ਨੇ ਕਿਸਾਨ ਨੇਤਾਵਾਂ ਨੂੰ ਨਹੀਂ ਕੀਤਾ ਸਪਸ਼ਟ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜਾਏ ਗਏ ਨਗਰ ਕੀਰਤਨ। खेती कानूना ते कांग्रेस की बुकलेट जारी, सिरलेख दिता खेती का खून 3 काले कानून। आप दियां नीतियां तो प्रभावित दर्जन के करीब वख-वख शख्सियतां आप विच शामिल ते पैसे की कोई कमी नहीं, टीम चंगी होवे कहा सुखबीर सिंह बादल ने। ते हुण इन्हां खबरां दा विस्तार ते कुछ अहम खबरां। किसान आगुआ ने आज ਸਿੰਘੂ ਬਾਰਡਰ ਤੇ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਬਾਰੀ ਰਿੰਗ ਰੋਡ ਤੇ ਕੀਤੀ ਜਾਵੇਗੀ, ਜਿਸ ਲਈ ਕਿਸੇ ਆਗਿਆ ਦੀ ਜ਼ਰੂਰਤ ਨਹੀਂ। ਪਰ ਦਿੱਲੀ ਪੁਲਿਸ ਅਧਿਕਾਰੀਆਂ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਕਿ ਇਹ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ। ਕਿਸਾਨ ਆਗੂ ਇਸ ਮੁੱਦੇ ਤੇ ਕੱਲ ਮੁੜ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਕਿਸਾਨ ਨੇਤਾਵਾਂ ਨੂੰ ਸਪਸ਼ਟ ਨਹੀਂ ਕੀਤਾ ਹੈ ਕਿ ਕਿਸਾਨਾਂ ਨੂੰ ਟਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਨਹੀਂ। ਕਿਸਾਨਾਂ ਨੇ ਅੱਜ ਦਿੱਲੀ ਪੁਲਿਸ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸ਼ਾਂਤਮਈ ਟਰੈਕਟਰ ਰੈਲੀ ਕਰਨਗੇ ਅਤੇ ਇਸ ਮੁੱਦੇ ਤੇ ਸਮਝੌਤਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਆਪਣੀ ਗੱਲ ਦੱਸਿਆ ਵੀ ਅਸੀਂ ਉਸ ਦਿਨ ਜਿਹੜੀ ਹੈ ਕਿਸਾਨ ਪਰੇਡ ਉਹ ਕਰਨੀ ਹੈ, ਰਿੰਗ ਰੋਡ ਤੋਂ ਕਰਨੀ ਹੈ, ਆਊਟਰ ਰਿੰਗ ਰੋਡ ਤੋਂ, ਤੇ ਇਹ ਸਾਡਾ ਪੱਕਾ ਫੈਸਲਾ ਹੈ। ਤੇ ਇਸ ਕਰਕੇ ਅਸੀਂ ਕਿਹਾ ਵੀ ਸਰਕਾਰ ਜੇ ਇਹ ਸਭ ਤੋਂ ਵੱਡੀ ਦੁਨੀਆ ਦੀ ਡੈਮੋਕ੍ਰੇਸੀ ਹੈ ਤਾਂ ਸਾਨੂੰ ਉਸ ਦਿਨ ਇੱਕ ਨਵਾਂ ਇਤਿਹਾਸ ਸਿਰਜਣ ਦਿਓ। ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਇੱਥੇ ਝਾਂਕੀਆਂ ਲੈ ਕੇ ਆਪਣੀ ਪਰੇਡ ਕਰਨ ਵਾਸਤੇ ਆ ਰਿਹਾ ਤੇ ਅਸੀਂ ਉਹਦੇ ਦੂਸਰੀ ਗੱਲ ਕੋਈ ਅਸੀਂ ਸੁਣਨ ਨੂੰ ਤਿਆਰ ਨਹੀਂ। ਉਹਨਾਂ ਨੇ ਕੋਈ ਅੱਗੇ ਕੁਝ ਕਿਹਾ? ਉਹਨਾਂ ਨੇ ਨਹੀਂ, ਕੁਝ ਨਹੀਂ ਕਿਹਾ। ਉਹ ਸੁਣਦੇ ਰਹੇ ਉਹਦੇ ਜੇ ਹੋ ਸਕਦਾ ਉਹ ਹੋ ਸਕਦਾ। ਅਸੀਂ ਕਹਿੰਦੇ ਨਹੀਂ, ਸਾਡਾ ਸਾਰਾ ਫੁੱਲ ਕੰਟਰੋਲ ਹੋਏਗਾ, ਪੀਸਫੁਲ ਹੋਏਗਾ। ਪੀਸਫੁਲ ਸੀ, ਪੀਸਫੁਲ ਹਾਂ, ਪੀਸਫੁਲ ਰਹਾਂਗੇ, ਇਹ ਤੁਹਾਨੂੰ ਯਕੀਨ ਦਿਵਾਉਂਦੇ ਹਾਂ। ਪਰ ਇਹਦੇ 'ਚ ਵੀ ਕੋਈ ਦੋ ਰਾਇਆ ਨਹੀਂ। ਇਹ ਹੁਣ ਤੁਸੀਂ ਦੇਖਣਾ ਵੀ ਤੁਸੀਂ ਬੈਰੀਕੇਡ ਲਾ ਕੇ ਸਾਨੂੰ ਜ਼ਬਰਦਸਤੀ ਅੰਦਰ ਆਉਣ ਦੇਣਾ ਹੈ ਕਿ ਤੁਸੀਂ ਉੱਦਾਂ ਸੁਲ੍ਹਾ ਸਫਾਈ ਨਾਲ ਇਹ ਜਿਹੜੀ ਕਿਸਾਨਾਂ ਨੂੰ ਕਰਨ ਦਿੰਦੇ ਹੋ। ਨਾਲ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇੱਕ ਸਗੋਂ ਕਾਲ ਦੇ ਕੇ ਦੇਖੋ, ਜਿਸ ਤਰ੍ਹਾਂ ਦਿੱਲੀ ਦੇ ਲੋਕ ਸਾਡੇ ਇੱਥੇ ਵਿੱਚ ਆ ਰਹੇ ਨੇ ਤੇ ਤੁਸੀਂ ਕਾਲ ਦਿਓ। ਸਾਨੂੰ ਪੂਰਾ ਯਕੀਨ ਹੈ ਸਾਡਾ ਭਾਈਚਾਰਾ ਉਸ ਦਿਨ ਸਾਡੇ ਲਈ ਰਿੰਗ ਰੋਡ ਖਾਲੀ ਕਰ ਦੇਗਾ ਤੇ ਰਿੰਗ ਰੋਡ ਉਸ ਦਿਨ ਸਾਨੂੰ ਪੂਰੀ ਖਾਲੀ ਕਰ ਦਿਓ। ਇਹ ਅਸੀਂ ਕਿਹਾ। ਕੋਈ ਰੂਟ ਬਾਰੇ ਗੱਲ ਕੀਤੀ? ਉਹਨਾਂ ਨੇ ਕਿਹਾ ਕਿ ਤੁਸੀਂ ਡਿਵਰਟ ਕਰ ਲਓ ਜਾਂ ਇਹੋ ਜੀ ਕੋਈ ਗੱਲਬਾਤ ਹੋਈ ਹੋਵੇ? ਜਦੋਂ ਅਸੀਂ ਗੱਲੇ ਮੁਕਾਤੀ ਵੀ ਅਸੀਂ ਉੱਥੇ ਹੀ ਕਰਨਾ, ਰਿੰਗ ਰੋਡ ਦੇ ਉੱਤੇ। ਹੋਰ ਕੁਝ ਸੁਣਨ ਦੀ ਮਤਲਬ ਹੀ ਨਹੀਂ ਸੀ ਕੋਈ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 20 ਜਨਵਰੀ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਮੇਤ ਵੱਖ-ਵੱਖ ਗੁਰਧਾਮਾਂ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਇਆ। ਉੱਥੇ ਹੀ ਨਾਭਾ ਵਿਖੇ ਵਿਸ਼ਾਲ ਨਗਰ ਕੀਰਤਨ ਡੇਰਾ ਬਾਬਾ ਅਜਾਪਾਲ ਕੋਡਿਆਂਵਾਲਾ ਸਾਹਿਬ ਤੋਂ ਕੱਢਿਆ ਗਿਆ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਦਸ਼ਮੇਸ਼ ਪਿਤਾ ਸਰਵਸਥਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 355ਵਾਂ ਪ੍ਰਕਾਸ਼ ਪੁਰਬ ਸਾਰੇ ਸੰਸਾਰ ਵਿੱਚ ਸਾਰੀ ਲੋਕਾਂ ਵੱਲੋਂ ਬੜੀ ਸ਼ਰਧਾ ਔਰ ਸਤਿਕਾਰ ਨਾਲ ਮਨਾਇਆ ਜਾ ਰਿਹਾ। ਮੈਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਸਮੁੱਚੀ ਲਿਖਾਈ ਨੂੰ, ਸੋਚੇ ਖਾਲਸਾ ਪੰਥ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਲੱਖ ਲੱਖ ਵਧਾਈ ਦਿੰਦਾ। ਔਰ ਮੈਂ ਸਮਝਦਾ ਜੇ ਇਹ ਦਿਨ ਤਿਉਹਾਰ ਆਪਾਂ ਮਨਾਉਂਦੇ ਹਾਂ, ਜਿੱਥੇ ਆਪਣੇ ਅੰਦਰ ਚਾਤੀ ਮਾਰਨ ਦਾ ਸਾਨੂੰ ਮੌਕਾ ਮਿਲਦਾ, ਉੱਥੇ ਜੋ ਪੂਰਨੇ ਗੁਰੂ ਸਾਹਿਬਾਨ ਨੇ ਪਾਏ, ਗੁਰੂ ਪਰਿਵਾਰਾਂ ਨੇ ਪਾਏ, ਗੁਰੂ ਦੇ ਬੱਚਿਆਂ ਨੇ ਪਾਏ, ਉਹਨਾਂ ਤੋਂ ਸਮਝਣ ਦੇਣ ਵੀ ਇੱਕ ਮੌਕਾ ਹੁੰਦਾ। ਉਹਨੂੰ ਆਪਣਾ ਜੀਵਨ ਢਾਲ ਕੇ ਉੱਥੇ ਉਸ ਮਾਰਗ ਦੇ ਪਾਂਧੀ ਬਣਨ ਦਾ ਇੱਕ ਮੌਕਾ ਹੁੰਦਾ। ਮੈਂ ਅੱਜ ਦੇ ਇਸ ਦਿਹਾੜੇ 'ਤੇ ਸਮੁੱਚੀ ਖਾਲਸਾ ਪੰਥ ਨੂੰ ਬੇਨਤੀ ਕਰਾਂਗਾ ਕਿ ਆਓ ਸਾਰੇ ਮਿਲ ਬੈਠ ਕੇ ਜਿੰਨੇ ਵੀ ਖਾਲਸਾ ਪੰਥ ਦੇ ਸਾਹਮਣੇ ਸਮੱਸਿਆਵਾਂ ਨੇ, ਉਹਨਾਂ ਸਮੱਸਿਆਵਾਂ ਨੂੰ ਹੋਏ ਇਕੱਤਰ ਮਿਲੇ ਪਰ ਭਾਈ ਦੁਬਦਾ ਦੂਰ ਕਰੋ ਨੇ ਬੁਲਾਏ ਦੇ ਸਿਧਾਂਤ ਅਨੁਸਾਰ ਠੀਕ ਕਰੀਏ। ਉਹ ਦੁਸ਼ਮਣਾਂ ਨੇ ਹਮੇਸ਼ਾ ਪਹਿਲੇ ਦਿਨ ਤੋਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਹੀ ਲੈ ਕੇ ਹਮਲਾਵਰ ਹੁੰਦੇ ਰਹੇ ਨੇ। ਉਹਨਾਂ ਦਾ ਵੀ ਧਿਆਨ ਕਰਕੇ ਉਹਨਾਂ ਦਾ ਵੀ ਆਪਣੇ ਬਖਲਾਵਾ ਜਿਹੜਾ ਪੂਰੇ ਯੁੱਗ ਦੇ ਅੰਦਰ ਜੋ ਗੁਰੂ ਪਾਤਸ਼ਾਹ ਨੇ ਬਖਸ਼ ਕੀਤੀ ਹੈ ਉਹਦਾ ਵੀ ਮੁਕਾਬਲਾ ਕਰਨਾ ਔਰ ਅਗਾਂਹ ਨੂੰ ਤੁਰਨਾ। ਖਾਲਸਾ ਪੰਥ ਦੇ ਬੋਲ ਵਾਲੇ ਜਿਹੜੇ ਉਹ ਕਾਇਮ ਕਰਨੇ।
ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਵਿੱਚ ਮੰਗਲਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਤੇ ਖੇਤੀ ਕਾ ਖੂਨ 3 ਕਾਲੇ ਕਾਨੂੰਨ ਬੁਕਲੇਟ ਜਾਰੀ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਹਰ ਇੰਡਸਟਰੀ ਵਿੱਚ 4-5 ਲੋਕਾਂ ਦਾ ਏਕਾਧਿਕਾਰ ਵੱਧ ਗਿਆ ਹੈ। ਮਤਲਬ ਇਸ ਦੇਸ਼ ਦੇ 4-5 ਨਵੇਂ ਮਾਲਕ ਹਨ। ਅੱਜ ਤੱਕ ਖੇਤੀ ਵਿੱਚ ਏਕਾਧਿਕਾਰ ਨਹੀਂ ਹੋਇਆ। ਨਰਿੰਦਰ ਮੋਦੀ 4-5 ਲੋਕਾਂ ਦੇ ਹੱਥਾਂ ਵਿੱਚ ਖੇਤੀ ਦਾ ਪੂਰਾ ਢਾਂਚਾ ਦੇ ਰਹੇ ਹਨ। ਦੱਸ ਦਈਏ ਕਿ ਦਿੱਲੀ ਦੀਆਂ ਵੱਖ-ਵੱਖ ਹੱਦਾਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। There is a tragedy unfolding in our country today. Government wants to ignore this tragedy. It wants to misinform people about this tragedy. But the truth is that a huge tragedy is unfolding. And I'm not just talking about the farmers, because that is only a part of that tragedy. And I would like to go into a little bit of detail about what is happening to our country. And I think it is important that youngsters who believe in the future of this country listen carefully to what I am saying, because this is not about the present. What is happening is about your future and this country's ability to be economically strong, this country's ability to give you a job, this country's ability to stand tall among other nations. So what we are seeing, and we've seen it in industry after industry after industry. We've seen it when it comes to the airports. We've seen it when it comes to infrastructure. We've seen it when it comes to power. We've seen it when it comes to telecom. We've seen it when it comes to retail. Across the board, what we are watching is the development of massive monopolies in this country. ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਪਾਰਟੀ ਦਾ ਕਾਫਲਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਵੱਡੀਆਂ ਸ਼ਖਸੀਅਤਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਦੌਰਾਨ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਮਨਜਿੰਦਰ ਸਿੰਘ ਭੁੱਲਰ ਜੋ ਪੰਜਾਬ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਦੇ ਦੌਰਾਨ ਕਾਫੀ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਰਹੇ ਹਨ ਅਤੇ NSUI ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ ਨੇ ਅੱਜ ਆਪ ਵਿੱਚ ਸ਼ਮੂਲੀਅਤ ਕੀਤੀ। ਭੁੱਲਰ ਵੱਲੋਂ ਲੰਬੇ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਵੱਡੀ ਪੱਧਰ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਨੇ। ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਵਾਂਗੇ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ, ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੀਆਂ ਨੇਗੀਆਂ, ਉਹਨਾਂ ਦੇ ਵਿੱਚ ਮੈਂ ਸਮਝਦਾ ਵੱਡੀ ਪੱਧਰ ਤੇ ਧਾਂਦਲੀ ਹੋਣ ਦੇ ਖਦਸ਼ੇ ਨੇਗੇ ਕਿਉਂਕਿ ਬੜੇ ਲੰਬੇ ਅਰਸੇ ਤੋਂ 3 ਸਾਲ ਤੋਂ ਲੈ ਕੇ 5 ਸਾਲ ਤੱਕ ਜਿਹੜੇ ਹੈਗੇ ਨੇ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਹੈਗੇ ਨੇ ਉੱਥੇ ਤਾਇਨਾਤ ਨੇਗੇ, ਬਹੁਤ ਸਾਰੇ ਜਿਹੜੇ ਸਿਵਲ ਦੇ ਅਧਿਕਾਰੀ ਨੇ ਉਹ ਤਾਇਨਾਤ ਨੇਗੇ ਔਰ ਵੱਡੀ ਪੱਧਰ ਤੇ ਜਿਹੜਾ ਦੇਖਿਆ ਗਿਆ ਕਿ ਜਿਹੜੀਆਂ ਵੋਟਾਂ ਨੇਗੀਆਂ ਇੱਕ ਪਰਿਵਾਰ ਦੀਆਂ ਮੰਨ ਲਓ 10 ਵੋਟਾਂ ਨੇਗੀਆਂ ਇੱਕੋ ਜਗ੍ਹਾ ਤੇ ਰਹਿੰਦੇ ਨੇਗੇ, ਇੱਕ ਜਗ੍ਹਾ ਤੇ 5 ਵੋਟਾਂ ਨੇ ਉਸੇ ਦੂਜੀਆਂ 5 ਵੋਟਾਂ ਕਿਸੇ ਹੋਰ ਵਾਰਡ ਦੇ ਵਿੱਚ ਨੇਗੀਆਂ। ਇਹ ਬਹੁਤ ਵੱਡੀ ਪੱਧਰ ਤੇ ਘਪਲਾ ਜਿਹੜਾ ਹੈਗਾ ਉਹ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰ ਵੱਲੋਂ ਕੀਤਾ ਗਿਆ, ਕੈਪਟਨ ਸਾਹਿਬ ਦੀ ਸਰਕਾਰ ਵੱਲੋਂ ਕੀਤਾ ਗਿਆ। ਔਰ ਦੂਜਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਹੋਇਆ ਹੈਗਾ। ਥਾਣੇ ਪੁਲਿਸ ਸਟੇਸ਼ਨ ਜਿਹੜੇ ਹੈਗੇ ਨੇ ਉਹ ਠੇਕਿਆਂ ਤੇ ਚੜ੍ਹਦੇ ਨੇਗੇ, ਉਹਨਾਂ ਦੀ ਨਿਲਾਮੀ ਹੁੰਦੀ ਹੈਗੀ। ਸੋ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਜਿਹੜੀਆਂ ਇਲੈਕਸ਼ਨ ਹੋਣੀਆਂ ਮੈਂ ਸਮਝਦਾ ਉਹ ਨਿਰਪੱਖ ਇਲੈਕਸ਼ਨ ਨਹੀਂ ਹੋ ਸਕਦੀਆਂ, ਉਹ ਬਿਲਕੁਲ ਧਾਂਦਲੀ ਹੋਊਗੀ। ਉਹਦੀ ਜਗ੍ਹਾ ਤੇ ਅਸੀਂ ਮੰਗ ਕਰਕੇ ਆਵਾਂਗੇ ਕਿ ਪੈਰਾਮਿਲਟਰੀ ਫੋਰਸਸ ਜਿਹਨੂੰ ਆਪਾਂ ਕਹਿੰਦੇ ਸੈਂਟਰ ਦੀਆਂ ਫੋਰਸਸ ਜਿਹੜੀਆਂ ਉਹ ਲਾਈਆਂ ਜਾਣ, ਸੈਂਟਰ ਦੀਆਂ ਏਜੰਸੀਆਂ ਦੇ ਫੋਰਸ ਲਾਈਆਂ ਜਾਣ ਤਾਂ ਕਿ ਪੰਜਾਬ ਵਿੱਚ ਨਿਰਪੱਖ ਚੋਣਾਂ ਹੋ ਸਕਣ। ਔਰ ਦੂਜੀ ਵੱਡੀ ਗੱਲ ਸੀਗੀ ਕਿ ਜਿਹੜੀ ਵੋਟਾਂ ਦੀ ਗਿਣਤੀ ਆ ਕਿਉਂਕਿ 14 ਤਰੀਕ ਨੂੰ ਵੋਟਾਂ ਪੈਣੀਆਂ ਨੇਗੀਆਂ ਔਰ 2 ਦਿਨਾਂ ਦਾ ਵਕਫਾ ਰੱਖਤਾ ਕਿ 17 ਨੂੰ ਜਿਹੜੀ ਕਾਊਂਟਿੰਗ ਹੋਣੀ ਆ। ਇਹ ਬਹੁਤ ਵੱਡੀ ਮੈਂ ਸਮਝਦਾ ਇੱਕ ਦਿਖਾਈ ਦੇ ਰਿਹਾ ਕਿ ਬਹੁਤ ਵੱਡਾ ਘਪਲਾ ਜਿਹੜਾ ਹੈਗਾ ਹੋਣ ਜਾ ਰਿਹਾ ਹੈਗਾ ਕਿਉਂਕਿ ਕੈਪਟਨ ਸਾਹਿਬ ਨੇ ਪੰਜਾਬ ਵਿੱਚ 2017 ਤੋਂ ਸਰਕਾਰ ਬਣੀ ਹੁਣ ਤੱਕ ਕੋਈ ਵੀ ਕੰਮ ਨਹੀਂ ਕੀਤਾ, ਕੋਈ ਸ਼ਹਿਰਾਂ ਦਾ ਵਿਕਾਸ ਨਹੀਂ ਹੋਇਆ,
ਕੋਈ ਜਿਹੜਾ ਹੈਗਾ ਕਿਤੇ ਨਵੇਂ ਸੀਵਰੇਜ ਨਹੀਂ ਪਏ ਹੈਗੇ, ਕਿਤੇ ਵੀ ਜਿਹੜਾ ਹੈਗਾ ਸ਼ਹਿਰਾਂ ਦੀ ਕੋਈ ਜਿਹੜਾ ਹੈਗਾ ਕਿਤੇ ਸੀਸੀਟੀਵੀ ਨਹੀਂ ਲੱਗੇ ਹੈਗੇ। ਸੋ ਸ਼ਹਿਰਾਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਖਿਲਾਫ ਬਹੁਤ ਵੱਡਾ ਜਿਹੜਾ ਹੈਗਾ ਲੋਕਾਂ 'ਚ ਰੋਸ ਹੈਗਾ। ਸੋ ਮੈਂ ਸਮਝਦਾ ਕੈਪਟਨ ਸਾਹਿਬ ਨੇ 2 ਦਿਨ ਲਏ ਨੇਗੇ ਇਸ ਤੇ, ਉਹ ਬਹੁਤ ਵੱਡੇ ਪੱਧਰ ਤੇ ਖਦਸ਼ਾ ਜਿਹੜਾ ਮੈਂ ਕਹਿ ਰਿਹਾ ਕਿ ਜਿਹੜਾ ਹੈਗਾ ਉੱਥੇ ਘਪਲਾ ਹੋਊਗਾ ਵੋਟਾਂ ਦੀ ਗਿਣਤੀ ਦੇ ਵਿੱਚ। ਨਹੀਂ ਤਾਂ 200 ਵੋਟ ਆ, 400 ਵੋਟ ਆ, 1800 ਵੋਟ ਆ, 2500 ਵੋਟ ਆ, ਇੰਨੀਆਂ ਕੁ ਵੋਟਾਂ ਦੇ ਐਮਸੀ ਨੇਗੇ। ਸੋ ਉੱਥੇ 2 ਦਿਨ ਦਾ ਵਕਫੇ ਤੋਂ ਬਾਅਦ ਜਿਹੜੀ ਅਕਾਊਂਟਿੰਗ ਹੋਣਾ ਬਹੁਤ ਵੱਡੇ ਸਵਾਲ ਖੜੇ ਕਰਦੀ ਆ। ਔਰ ਇੱਕ ਨਵੀਂ ਗੱਲ ਸਾਹਮਣੇ ਆਈ ਆ ਉੱਭਰ ਕੇ ਕਿ ਜਦੋਂ ਇੱਕ ਹਫ਼ਤਾ ਮਿਲਿਆ ਸੀਗਾ ਕਿ ਨਵੀਆਂ ਵੋਟਾਂ ਬਣਾਈਆਂ ਜਾਣ, ਉੱਥੇ ਬਹੁਤ ਸਾਰੀਆਂ ਜਾਲੀ ਵੋਟਾਂ ਕਿਵੇਂ ਬਣੀਆਂ ਨੇਗੀਆਂ ਕਿ ਜਿਹੜੇ ਸ਼ਹਿਰਾਂ ਦੇ ਲਾਗਲੇ ਪਿੰਡ ਨੇਗੇ, ਸ਼ਹਿਰਾਂ ਦੇ ਨੇੜੇ ਪਿੰਡ ਦੇ, ਉੱਥੋਂ ਕਿਸੇ ਨੇ ਆਪਦੇ ਘਰ 'ਚ ਜਿਹਨੇ ਇਲੈਕਸ਼ਨ ਲੜਨੀ ਆ, ਉਹਨੇ ਆਪਦੇ ਦੋਸਤਾਂ ਦੇ ਘਰਾਂ 'ਚ, ਆਪਣੇ ਮਿੱਤਰਾਂ ਦੇ ਘਰਾਂ 'ਚ ਇੱਕ 10 ਰੁਪਏ ਦਾ ਐਫੀਡੇਵਿਟ ਦੇ ਕੇ ਕਿਹਾ ਕਿ ਮੈਂ ਇੱਥੇ ਕਿਰਾਏ ਤੇ ਰਹਿਣਾਗਾ, ਬਹੁਤ ਸਾਰੀਆਂ ਨਵੀਆਂ ਜਿਹੜੀਆਂ ਵੋਟਾਂ ਬਣੀਆਂ ਨੇਗੀਆਂ ਉਹਨਾਂ 'ਚ ਬਹੁਤ ਵੱਡੀ ਜਿਹੜੀ ਧਾਂਦਲੀ ਆ, ਇਹਦੇ ਬਾਰੇ ਕਹਿ ਕੇ ਆਏਗੇ। ਔਰ ਕਮਿਸ਼ਨ ਨੂੰ ਬੇਨਤੀ ਕੀਤੀ ਆ ਕਿ ਜਿਹੜਾ 2 ਦਿਨ ਦਾ ਵਕਫਾ ਉਹ 14 ਤਰੀਕ ਨੂੰ ਜਿਹੜੀ ਆ ਜਿਸ ਦਿਨ VOTING ਹੋਣੀ ਆ ਉਸੇ ਦਿਨ ਕਾਊਂਟਿੰਗ ਹੋਵੇ। ਔਰ ਦੂਜਾ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਚਲਾਈ ਜਾਵੇ। ਔਰ ਤੀਜਾ ਜਿਹੜੀਆਂ ਨਵੀਆਂ ਵੋਟਰਾਂ ਬਣੀਆਂ ਨੇਗੀਆਂ ਉਹਨਾਂ ਵੋਟਰਾਂ ਦੀ ਦੁਬਾਰਾ ਸਕਰੂਟਨੀ ਹੋਵੇ। ਚੌਥਾ ਜਿਹੜੀ ਮੇਨ ਗੱਲ ਹੈਗੀ ਕਿ ਜਿਹੜੇ ਅਫਸਰ 3-3 ਸਾਲ ਤੋਂ ਤਾਇਨਾਤ ਨੇਗੇ, ਜਿਹੜੇ ਅਫਸਰ ਪਹਿਲਾਂ ਉੱਥੇ ਹੀ SHO ਸੀਗੇ, ਉੱਥੇ ਹੀ DSP ਨੇਗੇ, ਉੱਥੇ ਹੀ SP ਬਣ ਗਏ, ਉਹਨਾਂ ਸਾਰਿਆਂ ਦੀ ਜਿਹੜੀ ਆ ਤੁਰੰਤ ਦੂਜੀਆਂ ਜਗ੍ਹਾ ਤਬਾਦਲਾ ਹੋਵੇ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਸਰਕਾਰ ਨੂੰ ਆਖਿਆ ਕਿ ਉਹ ਦੇਸ਼ ਦੇ ਕਿਸਾਨਾਂ ਦੇ 26 ਜਨਵਰੀ ਨੂੰ ਸ਼ਾਂਤੀਪੂਰਨ ਗਣਤੰਤਰ ਦਿਵਸ ਮਾਰਚ ਕੱਢਣ ਦੇ ਸੰਵਿਧਾਨਿਕ ਅਧਿਕਾਰ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਪਾਰਟੀ ਮੁੱਖ ਦਫ਼ਤਰ ਵਿੱਚ 3 ਘੰਟੇ ਚੱਲੀ ਮੀਟਿੰਗ ਵਿੱਚ ਪਾਰਟੀ ਨੇ ਭਾਰਤ ਸਰਕਾਰ ਨੂੰ ਇਹ ਅਪੀਲ ਕੀਤੀ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਉੱਥੇ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਚੋਣਾਂ ਨੂੰ ਲੈ ਕੇ ਕਿਹਾ ਕਿ ਪੈਸੇ ਦੀ ਕੋਈ ਕਮੀ ਨਹੀਂ, ਟੀਮ ਚੰਗੀ ਹੋਵੇ। ਉਹਨਾਂ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ। ਕਮੇਟੀਆਂ ਦੇ ਇਲੈਕਸ਼ਨ ਹੈ ਉਹਦੇ ਸੰਬੰਧ ਵਿੱਚ ਮੀਟਿੰਗਸ ਕਰ ਰਹੇ ਹਾਂ। ਅਗਲੇ ਮਹੀਨੇ ਦੀ 13 ਜਾਂ 14 ਤਰੀਕ ਨੂੰ ਵੋਟਾਂ ਪੈਣੀਆਂ। ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਡਟ ਕੇ ਇਲੈਕਸ਼ਨ ਲੜੋ। ਸ਼੍ਰੋਮਣੀ ਅਕਾਲੀ ਦਲ ਆਪਣੇ ਸਿੰਬਲ ਤੇ ਸਾਰੀ ਜਗ੍ਹਾ ਇਲੈਕਸ਼ਨ ਲੜੂਗਾ। ਤੇ ਅੱਜ ਮੈਂ ਅਫਸਰ ਸਾਹਿਬਾਨ ਨੂੰ ਵੀ ਕਹਿਣਾ ਚਾਹਣਾ ਹੈ ਕਿ ਤੁਸੀਂ ਪੱਖਪਾਤ ਕਰਨਾ ਬੰਦ ਕਰ ਦਿਓ, ਕਿਉਂਕਿ ਹੁਣ ਸਮਾਂ ਨਹੀਂ, 7-8 ਮਹੀਨੇ ਰਹਿ ਗਏ ਸਰਕਾਰ ਦੇ। ਕੋਈ ਜਿਹੜੀ ਧੱਕਾਸ਼ਾਹੀ ਸਾਡੀ ਪਾਰਟੀ ਨਹੀਂ ਬਰਦਾਸ਼ਤ ਕਰੂਗੀ, ਜਾਂ ਕੋਈ ਸਾਡੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਨੇ ਜਾਂ ਕੁਝ ਜਿਹੜੀ ਸੋਚ ਕਾਂਗਰਸੀ ਲਈ ਬੈਠੇ ਆ। ਜੇ ਹਿੰਮਤ ਹੈ ਕਾਂਗਰਸ ਪਾਰਟੀ, ਜੇ ਆਪਣੇ ਆਪ ਨੂੰ ਕਾਂਗਰਸ ਕਹਿੰਦੀ ਹੈ ਕਿ ਅਸੀਂ ਕੰਮ ਕੀਤੇ ਹੈ ਜਾਂ ਪਰਫਾਰਮੈਂਸ ਦੇਖ ਚੈੱਕ ਕਰਨੀ ਹੈ, ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਓ। ਜ਼ਮਾਨਤਾਂ ਜ਼ਬਤ ਹੋਣਗੀਆਂ ਕਾਂਗਰਸ ਦੀਆਂ, ਕਿਉਂਕਿ ਲੋਕੀ ਇੰਨੇ ਦੁਖੀ ਹੈ। ਹੁਣੀ ਸੀ ਵੋਟਰਸ ਦਾ ABP ਚੈਨਲ ਸੀ ਵੋਟਰ ਦਾ ਸਰਵੇ ਆਇਆ, ਸਭ ਤੋਂ ਮਾੜੀ ਅਪਰੂਵਲ ਰੇਟਿੰਗ ਕੈਪਟਨ ਅਮਰਿੰਦਰ ਸਿੰਘ ਅੱਜ CM ਹੈ। ਉਹਨਾਂ ਨੇ ਕਿਹਾ ਕਿ ਪੂਰੇ ਸਾਰੇ ਦੇਸ਼ ਦੇ CMਾਂ ਵਿੱਚੋਂ ਸਭ ਤੋਂ ਨਖਿੱਧ CM ਕੈਪਟਨ ਅਮਰਿੰਦਰ ਸਿੰਘ ਹੈ। ਇਕੱਲੇ 9% ਅਪਰੂਵਲ ਰੇਟਿੰਗ ਹੈ। ਇਹ ਤੋਂ ਮਾੜੀ ਕੀ ਹੋ ਸਕਦੀ ਹੈ? ਇਹ ਤੋਂ ਥੱਲੇ ਅੱਜ ਤੱਕ ਕਿਸੇ ਵੀ ਚੀਫ ਮਿਨਿਸਟਰ ਦੀ ਪਰਫਾਰਮੈਂਸ ਨਹੀਂ ਰਹੀ। ਜਿਹੜੇ ਤੁਹਾਡੇ ਇੱਥੇ ਕਾਂਗਰਸ ਦੇ ਲੀਡਰਸ਼ਿਪ ਹੈ, MLA ਸਾਹਿਬਾਨ ਹੈ, ਮੈਨੂੰ ਹੁਣੀ ਦੱਸਿਆ ਕਿ ਸਭ ਤੋਂ ਵੱਡੇ ਰੇਤ ਮਾਫੀਆ ਉਹ ਆਪ ਬਣੇ ਬੈਠੇ ਆ। ਗੁੰਡਾਗਰਦੀ ਜਿੰਨੀ ਇੱਥੇ ਝੂਠੇ ਕੇਸ ਬਣਾਏ ਜਾਂਦੇ। ਹੁਣ ਜਿੰਨਾ ਵੀ ਗੁੰਡਾਗਰਦੀ ਕੀਤੀ ਆ ਸਾਰਿਆਂ ਨੂੰ ਉਹਨਾਂ ਨੂੰ ਭੁਗਤਣਾ ਜ਼ਰੂਰ ਪੈਣਾ। ਇਨਸਾਫ ਤਾਂ ਜੇ ਉਹਨਾਂ ਨੇ ਗਲਤ ਕੰਮ ਕੀਤਾ, ਭਾਵੇਂ ਉਹ MLA ਭਾਵੇਂ ਮਿਨਿਸਟਰ, ਜੇ ਗਲਤ ਕੰਮ ਕੀਤਾ ਤਾਂ ਭੁਗਤਣਾ ਪੈਣਾ। ਕਾਨੂੰਨ ਸਾਰਿਆਂ ਵਾਸਤੇ ਇੱਕ ਹੈ। ਫਿਰੋਜ਼ਪੁਰ ਦੇ ਹਲਕਾ ਗੁਰੂਹਰ ਸਹਾਇ ਵਿਖੇ ਇੱਕ ਵਿਅਕਤੀ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਮਲੂਕ ਸਿੰਘ ਪੁੱਤਰ ਗੋਪਾਲ ਸਿੰਘ ਨੇ ਗੁਰੂਹਰ ਸਹਾਇ ਬਾਈਪਾਸ ਰੋਡ ਤੇ ਡੇਅਰੀ ਫਾਰਮ ਬਣਾਇਆ ਹੋਇਆ ਹੈ, ਜਿੱਥੇ ਹਰ ਰੋਜ਼ ਦੀ ਤਰ੍ਹਾਂ ਰਾਤ ਕਰੀਬ 8 ਵਜੇ ਰੋਟੀ ਖਾ ਕੇ ਉਹ ਮੱਝਾਂ ਦੇ ਅਹਾਤੇ ਵਿੱਚ ਪੱਠੇ ਪਾਉਣ ਦੇ ਲਈ ਗਿਆ। ਇਸ ਦੌਰਾਨ ਉੱਥੇ ਪਹਿਲਾਂ ਤੋਂ ਹੀ ਬੈਠੇ ਕੁਝ ਵਿਅਕਤੀਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਤੂੜੀ ਵਿੱਚ ਨੱਪ ਕੇ ਉਸ ਦਾ ਮੋਟਰਸਾਈਕਲ ਅਤੇ ਇੱਕ ਮੱਝ ਲੈ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੂੰ ਇਸ ਵਾਰਦਾਤ ਸੰਬੰਧੀ ਸਵੇਰੇ ਉਸ ਵੇਲੇ ਪਤਾ ਲੱਗਿਆ ਜਦੋਂ ਮ੍ਰਿਤਕ ਦਾ ਲੜਕਾ ਆਪਣੇ ਪਿਤਾ ਲਈ ਚਾਹ ਲੈ ਕੇ ਗਿਆ। ਇਸ ਦੌਰਾਨ ਉਸਨੇ ਦੇਖਿਆ ਕਿ ਉਸਦੇ ਪਿਤਾ ਦੀ ਲਾਸ਼ ਤੂੜੀ ਵਿੱਚ ਖੂਨ ਨਾਲ ਲੱਥਪੱਥ ਪਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਦਰਗਾਹ ਕੋਲੋਂ ਮੋਟਰਸਾਈਕਲ ਬਰਾਮਦ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰ ਇੱਕ ਰਾਤ ਕਤਲ ਹੋਇਆ ਜੀ ਇੱਕ ਵਿਅਕਤੀ ਦਾ, ਕੀ ਮਾਮਲਾ ਸਾਰਾ ਜੀ? ਇਹ ਰਾਤ ਗੁਰੂ ਕਰਨ ਸਿੰਘ ਬਸਤੀ ਹੈਗੀ ਸਾਡੇ ਇੱਥੇ ਗੁਰੂ ਸਾਹਿਬ ਦੇ ਵਿੱਚ ਹੀ। ਇਹਦੇ ਵਿੱਚ ਇਹ ਬੰਦੇ ਨੇ ਆਪਦੇ ਮੱਝਾਂ ਲਈ ਤਵੇਲਾ ਬਣਾਇਆ ਹੋਇਆ ਸੀਗਾ। ਇਹ ਰਾਤ ਇਹਨੂੰ ਅਨਨੋਨ ਬੰਦੇ ਮਾਰ ਗਏ ਆ ਤੇ ਇਹਦੇ ਵਿੱਚ ਕਈ ਪਹਿਲੂਆਂ ਤੇ ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ
ਡੌਗ ਸਕਾਡ ਵੀ, ਹੋਰ ਵੀ ਫਿੰਗਰਪ੍ਰਿੰਟਸ ਵੀ, ਹੋਰ ਜਿਹੜੇ ਸਾਨੂੰ ਹੋਰ ਵੀ ਤਫਤੀਸ਼ ਦੇ ਵਿੱਚ ਹੀ ਲੱਗੇ ਆ। ਜਲਦੀ ਤੋਂ ਜਲਦੀ ਇਹਨਾਂ ਨੂੰ ਟ੍ਰੇਸ ਨਾਮ ਕੀ ਫਿਰ ਇਹਦਾ ਜੀ? ਇਹਦਾ ਨਾਂ ਹੈਗਾ ਮਲੂਕ ਸਿੰਘ ਪੁੱਤਰ ਗੋਪਾਲ ਸਿੰਘ। ਤੇ ਕਿੰਨੀ ਉਮਰ ਹੈ ਜੀ ਇਹਦੀ? ਇਹਦੀ 50-55 ਸਾਲ ਏਜ ਆ। ਇਹ ਕਿੱਥੋਂ ਦਾ ਰਹਿਣ ਵਾਲਾ ਜੀ? ਇਹ ਮੱਛਰ ਕਲੋਨੀ ਵੱਜਦੀ ਹੈ ਇੱਥੇ, ਗੁਰੂ ਹਰਸਾਏ ਦੇ ਇੱਥੇ ਹੀ ਰਹਿੰਦਾ। ਇੱਥੇ ਇਹਨੇ ਆਪਣਾ ਹਾਤਾ ਬਣਾਇਆ ਸੀ। ਸਰ ਫਸਟ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਜੀ? ਹਲੇ ਅਸੀਂ ਤਫਤੀਸ਼ ਚੱਲਦੀ ਆ, ਜਲਦੀ ਤੋਂ ਜਲਦੀ ਇਹਦਾ ਜ਼ਰੂਰ ਸੁਰਾਖ ਲਾ ਕੇ ਇਹਨੂੰ ਟ੍ਰੇਸ ਕਰਾਂਗੇ। ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸਮੇਤ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਤਹਿਤ 21 ਜਨਵਰੀ ਤੋਂ ਮੁੜ ਪੂਰਨ ਰੂਪ ਵਿੱਚ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬੰਧੀ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਯੂਨੀਵਰਸਿਟੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਵਿਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਫਲਾਈਨ ਅਤੇ ਆਨਲਾਈਨ ਦੋਨੋਂ ਮਾਧਿਅਮ ਰਾਹੀਂ ਪੜ੍ਹਾਈ ਕਰਵਾਈ ਜਾਵੇ ਅਤੇ ਸਮੈਸਟਰ ਸਾਲਾਨਾ ਪ੍ਰੀਖਿਆਵਾਂ ਆਫਲਾਈਨ ਮਾਧਿਅਮ ਰਾਹੀਂ ਹੀ ਕੰਡਕਟ ਕਰਵਾਈਆਂ ਜਾਣ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਮਰਜ਼ੀ ਮੁਤਾਬਿਕ ਕਲਾਸਾਂ ਲਗਾਉਣ ਦੀ ਖੁੱਲ੍ਹ ਹੋਵੇਗੀ। ਟਰੰਪ ਦੇ ਸਮਰਥਕਾਂ ਵੱਲੋਂ ਹਿੰਸਾ ਦੇ ਸਾਏ ਹੇਠ ਜੋ ਬਾਈਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਕੱਲ੍ਹ ਸਹੁੰ ਚੁੱਕਣਗੇ, ਜਿਸ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ। ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਨੇ ਮੌਜੂਦਾ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੀ ਪਾਰਟੀ ਰਿਪਬਲਿਕਨ ਨੂੰ ਭਾਰੀ ਵੋਟਾਂ ਨਾਲ ਹਰਾਇਆ। ਇਸ ਦੇ ਬਾਅਦ ਵੀ ਟਰੰਪ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਤੇ ਸਥਿਤੀ ਅਜਿਹੀ ਪਹੁੰਚ ਗਈ ਕਿ ਉਸਦੇ ਸਮਰਥਕ ਗੈਰ ਕਾਨੂੰਨੀ ਢੰਗ ਨਾਲ US ਕੈਪੀਟਲ ਬਿਲਡਿੰਗ ਵਿੱਚ ਦਾਖਲ ਹੋਏ ਤੇ ਹਿੰਸਾ ਵੀ ਕੀਤੀ। ਦੱਸ ਦਈਏ ਕਿ FBI ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਤੇ ਫਿਰ ਰਾਜਧਾਨੀ ਵਾਸ਼ਿੰਗਟਨ ਤੇ ਸਾਰੇ 50 ਰਾਜਾਂ ਵਿੱਚ ਸਹੁੰ ਚੁੱਕਣ ਦੌਰਾਨ ਹਥਿਆਰਬੰਦ ਵਿਰੋਧੀਆਂ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਬਾਅਦ ਸਹੁੰ ਚੁੱਕਣ ਵਾਲੀ ਥਾਂ ਤੋਂ ਲੈ ਕੇ ਪੂਰੇ ਵਾਸ਼ਿੰਗਟਨ ਤੱਕ ਵੱਡੇ ਪੱਧਰ ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਊਕੇ ਨੇੜਿਓਂ ਦਿਹਾਤੀ ਪੁਲਿਸ ਵੱਲੋਂ ਅੱਜ ਭਾਰਤ-ਪਾਕ ਸਰਹੱਦ ਤੇ ਕੰਡਿਆਲੀ ਤਾਰ ਨੇੜਿਓਂ ਸਰਚ ਆਪਰੇਸ਼ਨ ਦੌਰਾਨ 5.2 ਕਿਲੋ ਹੈਰੋਇਨ, ਇੱਕ AK-47 ਰਾਈਫਲ ਅਤੇ ਇੱਕ ਪਿਸਤੌਲ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੇ ਸਬੰਧ ਵਿੱਚ ਥਾਣਾ ਘੁਰਿੰਡਾ ਵਿਖੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ CIA ਸਟਾਫ ਜੈਤੋ ਵੱਲੋਂ 2 ਵਿਅਕਤੀਆਂ ਨੂੰ 2 ਕੁਇੰਟਲ ਭੁੱਕੀ ਚੂਰਾ ਪੋਸਟ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਸਬ ਡਿਵੀਜ਼ਨ ਜੈਤੋ ਦੇ ਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਗਰੇਵਾਲ PPS ਨੇ ਦੱਸਿਆ ਕਿ CIA ਸਟਾਫ ਜੈਤੋ ਦੇ ਇੰਚਾਰਜ ਕੁਲਬੀਰ ਚੰਦ ਸ਼ਰਮਾ ਤੇ ASI ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਦੀ ਸਪੈਸ਼ਲ ਨਾਕਾਬੰਦੀ ਚੌਰਸਤਾ ਪਿੰਡ ਖੱਚੜਾ ਵਿਖੇ ਮੌਜੂਦ ਸੀ। ਇਸੇ ਦੌਰਾਨ ਪਿੰਡ ਖੱਚੜਾ ਵੱਲੋਂ ਆਈਆਂ 2 ਕਾਰਾਂ ਕਰੇਟਾ ਤੇ ਸਵਿਫਟ ਡਿਜ਼ਾਇਰ ਨੂੰ ਰੋਕ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਕਰੇਟਾ ਵਿੱਚੋਂ 6 ਗੱਟੇ ਪਲਾਸਟਿਕ ਭੁੱਕੀ ਚੂਰਾ ਪੋਸਟ ਵਜ਼ਨੀ 20 ਕਿਲੋਗ੍ਰਾਮ ਅਤੇ ਦੂਜੀ ਕਾਰ ਸਵਿਫਟ ਡਿਜ਼ਾਇਰ ਵਿੱਚੋਂ 4 ਗੱਟੇ ਪਲਾਸਟਿਕ ਭੁੱਕੀ ਚੂਰਾ ਪੋਸਟ ਵਜ਼ਨੀ 20 ਕਿਲੋਗ੍ਰਾਮ ਬਰਾਮਦ ਹੋਈ। ਉਹਨਾਂ ਦੱਸਿਆ ਕਿ ਪੁਲਿਸ ਨੇ ਦੋਹਾਂ ਕਾਰ ਚਾਲਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਤਰੀਕ ਨੂੰ ਸਾਡੀ CIA ਦੀ ਪਾਰਟੀ ਨੇ ਖੱਚੜਾ ਚੌਂਕ 'ਚ ਨਾਕਾ ਲਾਇਆ ਹੋਇਆ ਸੀਗਾ, ਜਿਹਦੇ 'ਚ ਖੱਚੜਾ ਦੀ ਤਰਫੋਂ ਜਿਹੜੀਆਂ 2 ਗੱਡੀਆਂ ਆਉਂਦੀਆਂ ਸੀਗੀਆਂ, ਕਰੇਟਾ ਤੇ ਡਿਜ਼ਾਇਰ ਗੱਡੀ, ਇਹਨਾਂ ਨੂੰ ਰੋਕਿਆ ਤੇ ਕਰੇਟਾ ਗੱਡੀ 'ਚੋਂ ਜਗਮੀਤ ਸਿੰਘ ਸਨ ਆਫ ਤਰਸੇਮ ਸਿੰਘ ਵਾਸੀ ਗੁੜੀ ਸੰਗਰ ਤੇ ਮਨਜੀਤ ਡਿਜ਼ਾਇਰ ਗੱਡੀ 'ਚੋਂ ਮਨਜੀਤ ਸਿੰਘ ਵਾਸੀ ਜਲਾਲਾਬਾਦ, ਇਹਨਾਂ ਨੂੰ ਰੋਕਿਆ ਤੇ ਰੋਕ ਕੇ ਮਤਲਬ ਮੈਨੂੰ ਇਹਨਾਂ ਨੇ ਮੌਕੇ 'ਤੇ ਬੁਲਾਇਆ, ਅਸੀਂ ਗੱਡੀਆਂ ਚੈੱਕ ਕੀਤੀਆਂ। ਜਿਹੜੀ ਕਰੇਟਾ ਗੱਡੀ ਆ ਉਹਦੇ 'ਚੋਂ ਤਾਂ 6 ਗੱਟੇ ਭੁੱਕੀ ਬਰਾਮਦ ਹੋਈ ਹੈ, 1 ਕੁਇੰਟਲ 20 ਕਿਲੋ, ਤੇ ਜਿਹੜੀ ਡਿਜ਼ਾਇਰ ਗੱਡੀ ਆ ਉਹਦੇ 'ਚੋਂ 4 ਗੱਟੇ ਕਰੀਬ, ਹਰੇਕ ਗੱਟੇ 'ਚ 20 ਕਿਲੋ ਭੁੱਕੀ ਆ, 80 ਕਿਲੋ ਭੁੱਕੀ ਬਰਾਮਦ ਹੋਈ ਆ। ਤੇ ਦੋਨਾਂ ਨੂੰ ਅਸੀਂ ਅਰੈਸਟ ਕਰਕੇ ਮੁਕੱਦਮਾ ਦਰਜ ਕਰ ਲਿਆ ਹੈਗਾ ਤੇ ਕੋਸ਼ਿਸ਼ ਕਰ ਰਹੇ ਹੋਰ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਵਾਂਗੇ ਇਹਨਾਂ ਦਾ। ਇਸ ਤੋਂ ਪਹਿਲਾਂ ਵੀ ਕੋਈ ਮਾਮਲੇ ਵਗੈਰਾ ਚੱਲ ਰਹੇ ਸੀ ਜਾਂ ਕਿਸ ਤਰ੍ਹਾਂ? ਉਹ ਇਹਨਾਂ ਦਾ ਚੈੱਕ ਕਰਦੇ ਰਿਕਾਰਡ ਹੁਣ ਜੀ, ਵੀ ਪਹਿਲਾਂ ਇਹਨਾਂ ਤੇ ਕਿੰਨੇ ਪਰਚੇ ਦਰਜ ਹੈਗੇ, ਜਿਹੜਾ ਪੁਰਾਣਾ ਰਿਕਾਰਡ ਆ ਉਹਨਾਂ ਦਾ ਇਹ ਕੀ ਕਹਿੰਦਾ ਹੈਗਾ। ਟੋਟਲ ਕਿੰਨੀ ਭੁੱਕੀ ਤੇ ਕਿੰਨੀਆਂ ਗੱਡੀਆਂ ਵਗੈਰਾ ਠੀਕ ਹੈ? ਇਹ ਕਰੀਬ 2 ਕੁਇੰਟਲ ਭੁੱਕੀ ਆ ਤੇ 2 ਗੱਡੀਆਂ, 1 ਕਰੇਟਾ ਤੇ 1 ਡਿਜ਼ਾਇਰ ਗੱਡੀ। ਤੇ ਕਿੰਨੀ ਕੀਮਤ ਬਣਦੀ ਹੈ? ਇਹ ਤਕਰੀਬਨ 9,20,000 ਰੁਪਇਆ ਕੀਮਤ ਬਣਦੀ ਹੈ ਇਹਦੀ ਭੁੱਕੀ ਦੀ ਟੋਟਲ। ਕੋਈ ਪੈਸਾ ਪੂਸਾ ਵੀ ਬਰਾਮਦ ਹੋਇਆ ਇਹਨਾਂ ਤੋਂ ਕਿ ਨਹੀਂ ਜੀ? ਨਹੀਂ, ਪੈਸੇ ਨਹੀਂ ਬਰਾਮਦ ਹੋਏ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ।
ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।